ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਚਰਚਾ ਜਿਸ ਗੱਲ ਦਾ ਉਹ ਹੈ ਕਿ ਕੀ ਪੰਜਾਬ ਦੇ ਵਿੱਚ ਲੋਕਡਾਊਨ ਲੱਗੂਗਾ। ਕੱਲ ਜਦੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਹੋਰੀ ਜਾ ਰਹੇ ਸਨ ਮੁੱਖ ਮੰਤਰੀ ਸਾਹਿਬ ਦੇ ਕੋਲੇ, ਤਾਂ ਉਹਨਾਂ ਨੇ ਇਹ ਗੱਲ ਆਖੀ ਕਿ ਉਹ ਰਿਕਮੈਂਡ ਕਰਨਗੇ ਕਿ ਪੰਜਾਬ ਦੇ ਵਿੱਚ ਵੀ ਲੋਕਡਾਊਨ ਲਾਇਆ ਜਾਵੇ। ਹਾਲਾਂਕਿ ਬਾਅਦ ਦੇ ਵਿੱਚ ਮੀਟਿੰਗ ਦੇ ਵਿੱਚੋਂ ਇਹ ਨਿਕਲਿਆ ਕਿ ਮੁੱਖ ਮੰਤਰੀ ਹੋਰਾਂ ਨੇ ਗੱਲ ਕਹੀ ਹੈ ਕਿ ਨਹੀਂ, ਅਜੇ ਲੋਕਡਾਊਨ ਲਾਉਣ ਦੀ ਜ਼ਰੂਰਤ ਨਹੀਂ ਹੈ। ਜਿਹੜੀਆਂ ਪਾਬੰਦੀਆਂ ਲਾਈਆਂ ਗਈਆਂ ਨੇ, ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਨੇ, ਉਹਨਾਂ ਨੂੰ ਵੇਖਾਂਗੇ ਥੋੜ੍ਹੇ ਦਿਨ, ਉਸ ਤੋਂ ਬਾਅਦ ਲੋਕਡਾਊਨ ਲਾਉਣ ਦਾ ਅਗਲਾ ਫੈਸਲਾ ਲਵਾਂਗੇ। ਜਿਸ ਕਿਸਮ ਦਾ ਸੁਪਰੀਮ ਕੋਰਟ ਦਾ ਸੁਜੈਸ਼ਨ ਹੈ ਜਾਂ ਕੇਂਦਰ ਦੀ ਸਰਕਾਰ ਜਿਸ ਕਿਸਮ ਦੇ ਨਾਲ ਸੋਚ ਰਹੀ ਹੈ, ਜੇ ਕੇਂਦਰ ਦੀ ਸਰਕਾਰ ਨੇ ਸਾਰੇ ਸੂਬਿਆਂ ਨੂੰ ਲੋਕਡਾਊਨ ਲਾਉਣ ਦੇ ਵਾਸਤੇ ਕਹਿ ਦਿੱਤਾ ਤੇ ਫਿਰ ਪੰਜਾਬ ਵੀ ਉਹਦੇ ਤੋਂ ਭੱਜ ਨਹੀਂ ਸਕਣਾ। ਸਮੱਸਿਆ ਜਿਹੜੀ ਵੱਡੀ ਖੜੀ ਇਸ ਗੱਲ ਦੀ ਹੋ ਰਹੀ ਆ ਕਿ ਇਸ ਲੋਕਡਾਊਨ ਦੇ ਵਿੱਚ ਪੀੜਤ ਹੋਣ ਵਾਲੀਆਂ ਧਿਰਾਂ ਦੇ ਬਾਰੇ ਦੇ ਵਿੱਚ ਕੌਣ ਸੋਚੂਗਾ। ਜਦੋਂ ਪਿਛਲੇ ਸਾਲ ਇਹ ਲੋਕਡਾਊਨ ਲੱਗਿਆ ਸੀ, ਉਸ ਵੇਲੇ ਆਪਾਂ ਸੜਕਾਂ ਦੇ ਉੱਤੇ ਤੁਰੇ ਜਾਂਦੇ ਪ੍ਰਵਾਸੀ ਮਜ਼ਦੂਰ ਦੇਖੇ ਸੀ, ਬਹੁਤ ਵੱਡੀ ਗਿਣਤੀ ਦੇ ਵਿੱਚ। ਉਹ ਸੂਬੇ ਤੋਂ ਪ੍ਰਵਾਸ ਕਰ ਗਏ ਸਨ ਆਪੋ ਆਪਣੇ ਪਿਤਰੀ ਰਾਜਾਂ ਵੱਲ ਨੂੰ, ਮੁੜ ਕੇ ਉਹ ਪਰਤੇ। ਇਹਦੇ 'ਚ ਕੋਈ ਸ਼ੱਕ ਨਹੀਂ, ਨਾ ਉਹਨਾਂ ਦਾ ਉੱਥੇ ਸਰਦਾ ਨਾ ਇੱਥੇ ਉਹਨਾਂ ਬਿਨਾਂ ਸਰਦਾ, ਇਹ ਰਿਐਲਿਟੀ ਹੈ। ਬਹੁਤ ਸਾਰੇ ਚਲੇ ਵੀ ਗਏ ਆ। ਜਦੋਂ ਆਕਸੀਜਨ ਦੀ ਥੁੜ ਆਉਣ ਲੱਗੀ ਆ ਤੇ ਜਿਹੜੀ ਇੰਡਸਟਰੀ ਨੂੰ ਆਕਸੀਜਨ ਸਪਲਾਈ ਕੀਤੀ ਜਾਂਦੀ ਆ ਉਹ ਬੰਦ ਕਰ ਦਿੱਤੀ ਗਈ। ਉਹਦੇ ਨਾਲ ਇੰਡਸਟਰੀ ਦੇ ਉੱਤੇ ਅਸਰ ਪਿਆ। ਕੋਈ ਇੰਡਸਟਰੀ ਜਿਹੜੀ ਆ ਉਹ ਮਜ਼ਦੂਰਾਂ ਨੂੰ ਵਿਹਲੇ ਬਿਠਾ ਕੇ ਨਹੀਂ ਦੇ ਸਕਦੀ, ਹਾਲਾਂਕਿ ਉਹਨਾਂ ਦੀ ਡਿਊਟੀ ਬਣਦੀ ਆ। ਘੱਟੋ ਘੱਟ ਜੇ ਸਾਲ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸਮਾਂ ਆਵੇ ਤੇ 1 ਮਹੀਨਾ ਤਾਂ ਉਹ ਸੰਭਾਲ ਸਕੇ। ਇਸ ਤਰ੍ਹਾਂ ਦੀਆਂ ਪਾਲਿਸੀਜ਼ ਹੈ ਨਹੀਂ ਗੀਆਂ, ਕਿਉਂਕਿ ਇਹ ਪਾਲਿਸੀਜ਼ ਜਿਹੜੀਆਂ ਨੇ ਮਜ਼ਦੂਰ ਪੱਖੀ ਨਹੀਂ ਆ, ਇਹ ਇੰਡਸਟਰੀਅਲਿਸਟ ਪੱਖੀ ਨੇ, ਇਹ ਉਹਨਾਂ ਦੇ ਮਾਲਕਾਂ ਦੇ ਪੱਖੀ ਨੇ। ਜਦੋਂ ਮਜ਼ਦੂਰਾਂ ਦੇ ਬਾਰੇ ਦੇ ਵਿੱਚ ਕਾਨੂੰਨ ਆਏ ਆ ਪਿਛਲੇ ਦਿਨੀ, ਕੇਂਦਰ ਦੀ ਸਰਕਾਰ ਨੇ ਜਿਹੜੇ ਬਣਾਏ ਆ, ਉਹਦੇ ਵਿੱਚ ਮਜ਼ਦੂਰਾਂ ਦੇ ਹੱਕ ਹਕੂਕ ਤਾਂ ਤਕਰੀਬਨ ਖਤਮ ਹੀ ਕਰ ਦਿੱਤੇ ਗਏ ਆ। ਮਜ਼ਦੂਰਾਂ ਦੇ ਵਾਸਤੇ ਉਹਨਾਂ ਕਾਨੂੰਨਾਂ ਤੋਂ ਬਾਅਦ ਰਿਹਾ ਹੀ ਕੱਖ ਨਹੀਂ ਗਾ। ਉਹ ਤਾਂ ਵਿਚਾਰੇ ਕੋਈ ਹੜਤਾਲ ਨਹੀਂ ਕਰ ਸਕਦੇ, ਕੋਈ ਪੁੱਛ ਨਹੀਂ ਸਕਦੇ, ਨਾ ਉਹਨਾਂ ਦੀ ਕੋਈ ਆਵਾਜ਼ ਹੈ, ਕੋਈ ਉਹਨਾਂ ਦੀ ਆਵਾਜ਼ ਨਹੀਂ, ਨਾ ਸੁਣਨ ਦੇ ਵਾਸਤੇ ਕੋਈ ਤਿਆਰ ਹੈ। ਜਿਹੜੇ ਬੋਲਦੇ ਆ ਮਾੜੇ ਮੋਟੇ, ਉਹਨਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਦੀ ਨਹੀਂ। ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਛੋਟੇ ਦੁਕਾਨਦਾਰ ਆ ਉਹ ਇਕੱਠੇ ਹੋ ਰਹੇ ਆ, ਕੁਝ ਡਿਸਟ੍ਰਿਕਟ ਦੇ ਵਿੱਚੋਂ ਇਕੱਠੇ ਹੋਏ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਸਰਕਾਰ ਪਹਿਲਾਂ ਤਾਂ ਇਹ ਤੈਅ ਕਰੇ, ਇਹ ਦੱਸੇ ਕਿ ਗੈਰ ਜ਼ਰੂਰੀ ਦੁਕਾਨਾਂ ਕਿਹੜੀਆਂ ਨੇ, ਜ਼ਰੂਰੀ ਕਿਹੜੀਆਂ ਨੇ, ਗੈਰ ਜ਼ਰੂਰੀ ਕਿਹੜੀਆਂ ਨੇ। ਜ਼ਰੂਰੀ ਦੇ ਵਿੱਚ ਸਰਕਾਰ ਸਮਝਦੀ ਆ ਕਿ ਜਿਹੜੀਆਂ ਸੌਦੇ ਪੱਤੇ ਵਾਲੀਆਂ ਦੁਕਾਨਾਂ ਨੇ, ਕਰਿਆਨੇ ਦੀਆਂ ਤੇ ਜਾਂ ਦਵਾਈਆਂ ਦੀਆਂ ਦੁਕਾਨਾਂ ਨੇ, ਉਹ ਹੀ ਜ਼ਰੂਰੀ ਮੰਨੀਆਂ ਜਾ ਸਕਦੀਆਂ ਨੇ। ਫਿਰ ਸਰਕਾਰ ਦੀ ਨਜ਼ਰ ਦੇ ਵਿੱਚ ਬਾਕੀ ਸਾਰੀਆਂ ਗੈਰ ਜ਼ਰੂਰੀ ਨੇ, ਉਹਨਾਂ ਦੀ ਜ਼ਰੂਰਤ ਨਹੀਂ। ਜੇ ਹੁਣ ਕਿਸੇ ਦੁਕਾਨ ਦੀ ਜ਼ਰੂਰਤ ਨਹੀਂ ਤੇ ਉਹ ਲੋਕ ਖੋਲੀ ਕਿਉਂ ਬੈਠੇ ਨੇ, ਉਹ ਉਹਨਾਂ ਦੇ ਉੱਤੇ ਇੰਨਾ ਪੈਸਾ ਲਾ ਕੇ ਕਿਉਂ ਬੈਠੇ ਨੇ? ਇਹ ਬੜਾ ਵੱਡਾ ਸਵਾਲ ਹੈ। ਜੇ ਖੁੱਲਣੀਆਂ ਨੇ ਕੁਝ ਘੰਟੇ, ਜਿਵੇਂ ਸਵੇਰ ਦੇ 5 ਵਜੇ ਤੱਕ ਤਾਂ ਕਰਫਿਊ, 10 ਤੋਂ ਲੈ ਕੇ 5 ਵਜੇ ਤੱਕ ਹੀ ਜੇ ਖੁੱਲਣੀਆਂ ਨੇ, 5 ਵਜੇ ਸਰਕਾਰ ਨੇ ਕਰਫਿਊ ਲਾਉਣਾ, ਤਾਂ ਇਹਦੇ ਵਿੱਚ ਫਿਰ ਬਾਕੀ ਜਿਹੜੀਆਂ ਰਹਿੰਦੀਆਂ ਦੁਕਾਨਾਂ ਨੇ ਜਿਹਨੂੰ ਇਹ ਗੈਰ ਜ਼ਰੂਰੀ ਕਹਿੰਦੇ ਆ, ਉਹਨਾਂ ਨੂੰ ਬੰਦ ਕਿਉਂ ਕਰਵਾਇਆ ਜਾ ਰਿਹਾ? ਕਿ ਉਹਨਾਂ ਦੇ ਖਰਚੇ ਨਹੀਂ ਗਏ, ਉਹਨਾਂ ਨੇ ਕਿਰਾਏ ਨਹੀਂ ਦੇਣੇ, ਉਹਨਾਂ ਨੇ ਅੱਗੇ ਛੋਟੀਆਂ ਛੋਟੀਆਂ ਨੌਕਰੀਆਂ ਨਹੀਂ ਦਿੱਤੀਆਂ ਹੋਈਆਂ। ਤੁਸੀਂ ਕਿਸੇ ਵੀ ਦੁਕਾਨ ਦੇ ਵਿੱਚ ਚਲੇ ਜਾਓ, ਉੱਥੇ 2-3 ਮੁੰਡੇ ਕੁੜੀਆਂ ਤੁਹਾਨੂੰ ਕੰਮ ਕਰਦੇ ਨਜ਼ਰ ਆਉਂਦੇ ਆ। ਕੁਝ ਜੇ ਉਦੋਂ ਵੱਡੀ ਤੇ ਜਾਂਦੇ ਹੋ, ਉਹ 5-6 ਗਿਣਤੀ ਹੋ ਜਾਂਦੀ ਹੈ, 10-10 12-12 ਵੀ ਨੇ। ਕਦੀ ਸੋਚਿਆ ਕਿ ਉਹਨਾਂ ਨੂੰ ਇਹ ਲੋਕ ਪੱਲਿਓਂ ਕਿਵੇਂ ਤਨਖਾਹ ਦੇ ਸਕਣਗੇ? ਸਭ ਤੋਂ ਮਹਿੰਗੀ ਬਿਜਲੀ ਪੰਜਾਬ ਦੇ ਵਿੱਚ ਹੈ, ਉਹ ਮੀਟਰ ਤਾਂ ਰੁਕਣੇ ਨਹੀਂ, ਉਹ ਮੀਟਰ ਤਾਂ ਉਸੇ ਤਰੀਕੇ ਦੇ ਨਾਲ ਚੱਲਣੇ ਆ। ਸਕੂਲ ਬੰਦ ਨੇ ਇਸ ਵੇਲੇ, ਸਕੂਲਾਂ ਦੇ ਨਾਲ ਜੁੜੀਆਂ ਹੋਈਆਂ ਅੱਗੋਂ ਜਿਵੇਂ ਵੈਨ ਡਰਾਈਵਰ ਨੇ, ਬੱਸ ਡਰਾਈਵਰ ਨੇ, ਕੀ ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਪ੍ਰਾਈਵੇਟ ਸਕੂਲਾਂ ਵਾਲੇ ਉਂਝ ਹੀ ਤਨਖਾਹ ਦੇ ਰਹੇ ਹੋਣਗੇ? ਨਹੀਂ, ਕੋਈ ਨਹੀਂ ਦਿੰਦਾ। ਪਿਛਲੇ ਸਾਲ ਦੇਖਿਆ ਸੀ ਟੀਚਰਸ ਫਿਰ ਆਪਣੀ ਆਵਾਜ਼ ਉਠਾ ਰਹੇ ਸੀ, ਦੱਬਵੀਂ ਸਹੀ ਸੁਣੀ ਪ੍ਰਾਈਵੇਟ ਟੀਚਰਸ ਦੀ ਵੀ ਕਿਤੇ ਨਹੀਂ ਗਈ। ਜੇ ਉਹ ਆਵਾਜ਼ ਉਠਾਉਂਦੇ ਸੀ ਤੇ ਉਹਨਾਂ ਨੂੰ ਘਰੇ ਤੋਰ ਦਿੱਤਾ ਜਾਂਦਾ ਸੀ, ਵੀ ਜਿਹਨੇ ਆਵਾਜ਼ ਉਠਾਈ ਉਹਦੀ ਛੁੱਟੀ। ਕਿੰਨੀਆਂ ਤਨਖਾਹਾਂ ਅਧਿਆਪਕਾਂ ਦੀਆਂ ਮਾਰੀਆਂ ਗਈਆਂ, ਉਹਦੇ ਉੱਤੇ ਕੱਟ ਲਾਏ ਪ੍ਰਾਈਵੇਟ ਵਾਲਿਆਂ ਨੇ।
ਸਾਰਿਆਂ ਨੇ ਲਾਏ ਤਨਖਾਹਾਂ ਦੇ ਉੱਤੇ। ਉਹ ਕਹਿੰਦੇ ਚਲੋ ਕੱਟ ਲਾ ਕੇ ਦੇ ਦਿਓ, ਕੱਟ ਲਾ ਕੇ ਵੀ ਦਿੱਤੀਆਂ ਨੇ ਤਨਖਾਹਾਂ। ਤਾਂ ਸਰਕਾਰ ਨੇ ਜਿਹੜੇ ਟੈਂਪਰੇਰੀ ਸਿਹਤ ਕਾਮੇ ਰੱਖੇ ਸੀ ਉਹਨਾਂ ਦੀਆਂ ਰਹਿੰਦੀਆਂ, ਉਹਨਾਂ ਦੀਆਂ ਨਹੀਂ ਦਿੱਤੀਆਂ ਅਜੇ ਤੱਕ। ਇਹ ਜਿਹੜਾ ਫੈਸਲਾ ਹੈ ਗੈਰ ਜ਼ਰੂਰੀ ਦੁਕਾਨਾਂ ਵਾਲਾ, ਇਹ ਅਜੀਬੋ-ਗਰੀਬ ਫੈਸਲਾ। ਮੰਨ ਲਓ ਜਿਹੜੀ ਚੀਜ਼ ਕਿਸੇ ਨੂੰ ਚਾਹੀਦੀ ਆ ਉਹ ਫਿਰ ਕਿੱਥੋਂ ਲੈ ਕੇ ਆਊਗਾ? ਇੱਥੇ ਕੁਝ ਦੱਸ ਰਹੇ ਸਨ ਜਿਹੜੀਆਂ ਡੇਅਰੀ ਨੇ ਜਾਂ ਕਰਿਆਨੇ ਵਾਲੀਆਂ ਨੇ, ਉਹਨਾਂ ਨੂੰ ਪੁਲਿਸ ਵਾਲੇ ਆ ਕੇ ਇਹ ਕਹਿੰਦੇ ਆ ਤੁਸੀਂ ਸ਼ਟਰ ਨਹੀਂ ਖੋਲ੍ਹਣਾ, ਸ਼ਟਰ ਬੰਦ ਕਰਕੇ ਤੁਸੀਂ ਕੰਮ ਕਰਨਾ। ਜਿਹੜੀਆਂ ਜ਼ਰੂਰੀ ਇਹਨਾਂ ਨੇ ਕੀਤੀਆਂ ਹੋਈਆਂ ਨੇ ਦੁਕਾਨਾਂ, ਉਹਨਾਂ ਨੇ ਵੀ ਸ਼ਟਰ ਬੰਦ ਕਰਕੇ ਕਰਨਾ, ਕਿਉਂਕਿ ਉਹਨਾਂ ਦੇ ਅੰਦਰ ਕਿਸੇ ਗ੍ਰਾਹਕ ਨੂੰ ਆਉਣ ਦੀ ਇਜਾਜ਼ਤ ਨਹੀਂ। ਉਹ ਡਿਲੀਵਰੀ ਜਿਹੜੀ ਉਹ ਕਰਨਗੇ, ਮਹਿਜ਼ ਉਂਝ ਉੱਥੇ ਜਾ ਕੇ ਕਿਸੇ ਨੂੰ ਖਰੀਦਣ ਦੀ ਲੋੜ ਨਹੀਂ। ਫਿਰ ਇਹ ਜ਼ਰੂਰੀ ਵਸਤਾਂ ਕਾਹਦੀਆਂ ਰਹਿ ਗਈਆਂ? ਕਿਵੇਂ ਘਰ ਘਰ ਤੱਕ ਜਿਹੜੀ ਆ ਉਹ ਜ਼ਰੂਰੀ ਚੀਜ਼ਾਂ ਦੀ ਪਹੁੰਚ ਬਣੂਗੀ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਇੱਥੇ ਫਿਰ ਸਰਕਾਰ ਕੀ ਕਰ ਰਹੀ ਹੈ? ਸਰਕਾਰ ਸਿਰਫ ਜਿਹੜੀ ਆ ਉਹ ਪਾਬੰਦੀਆਂ ਲਾਉਣ ਦੇ ਵਾਸਤੇ ਹੈ, ਜਾਂ ਇਹਨਾਂ ਲੋਕਾਂ ਦੀ ਕੋਈ ਰੋਟੀ ਦਾ ਇੰਤਜ਼ਾਮ ਸਰਕਾਰ ਨਹੀਂ ਕਰਨਾ? ਕਿੰਨੇ ਦਿਨ ਲਾਕਡਾਊਨ ਲੱਗੂਗਾ? ਇਹਨਾਂ ਲੋਕਾਂ ਨੂੰ ਕਿਵੇਂ ਜਿਹੜਾ ਅਕੋਮੋਡੇਟ ਕੀਤਾ ਜਾਊਗਾ? ਉਹਨਾਂ ਨੂੰ ਕੁਝ ਖਰਚੇ ਦਿੱਤੇ ਜਾਣਗੇ, ਉਹਨਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਜਾਣਗੇ, ਉਹਨਾਂ ਦੇ ਅੱਗੇ ਦੁਕਾਨਾਂ ਦੇ ਉੱਤੇ ਕੰਮ ਕਰਦੇ ਜਿਹੜੇ ਕਾਮੇ ਨੇ ਉਹਨਾਂ ਦੀਆਂ ਤਨਖਾਹਾਂ ਦਾ ਬੋਝ ਪੰਜਾਬ ਸਰਕਾਰ ਚੁੱਕੂਗੀ? ਸ਼ਾਇਦ ਨਹੀਂ। ਹਾਂ, ਇੱਕ ਚੀਜ਼ ਜ਼ਰੂਰ ਜਿਹੜੀ ਹੈਗੀ ਹੈ, ਜਿਹੜੀ ਮੈਂ ਭੁੱਲ ਗਿਆ, ਭੁੱਲਣੀ ਨਹੀਂ ਸੀ ਚਾਹੀਦੀ, ਠੇਕੇ ਨੇ। ਠੇਕਿਆਂ ਦੇ ਖੁੱਲ੍ਹਣ ਦੇ ਉੱਤੇ, ਜੇ ਠੇਕਿਆਂ ਤੇ ਕਿਸੇ ਜਗ੍ਹਾ ਦੇ ਉੱਤੇ ਕੋਈ ਸਖਤੀ ਵੀ ਹੈ, ਉਹ ਲਗਾਤਾਰ ਖੁੱਲ੍ਹੇ ਨੇ, ਦੇਰ ਰਾਤ ਤੱਕ ਖੁੱਲ੍ਹੇ ਨੇ। ਓਪਨ ਸਾਰੇ ਨਹੀਂ ਖੁੱਲ੍ਹੇ ਤਾਂ ਛੋਟੀ ਮੋਰੀ ਤਾਂ ਖੁੱਲ੍ਹੀ ਹੈ, ਜਿੰਨੀ ਮਰਜ਼ੀ ਤੁਸੀਂ ਲਈ ਆਓ। ਔਰ ਇਹਦੀ ਆੜ ਦੇ ਵਿੱਚ ਜੋ ਕੁਝ ਪਿਛਲੇ ਵਰੇ ਆਪਾਂ ਦੇਖਿਆ ਸੀ, ਮੈਕਸਿਮਮ ਨਕਲੀ ਸ਼ਰਾਬ ਦੀ ਸਪਲਾਈ ਜਿਹੜੀ ਆ ਉਹ ਪੰਜਾਬ ਦੇ ਵਿੱਚ ਹੋਈ ਸੀ। ਕਰੋੜਾਂ ਰੁਪਏ ਦਾ ਕਾਰੋਬਾਰ ਕੀਤਾ ਗਿਆ ਸੀ। ਤੁਹਾਨੂੰ ਯਾਦ ਹੋਣਾ, ਕਿਉਂਕਿ ਭੁਲੱਕੜ ਆ ਆਪਾਂ ਸਾਰੇ, 125 ਦੇ ਕਰੀਬ ਮੌਤਾਂ ਮਾਝੇ ਦੇ ਵਿੱਚ ਹੋਈਆਂ ਸਨ। ਜਦੋਂ ਇੱਕ ਵਾਰੀ ਤੁਹਾਨੂੰ ਯਾਦ ਹੋਣਾ ਮੁੱਖ ਮੰਤਰੀ ਸਾਹਿਬ ਪੰਜਾਬ ਆਏ ਸੀ, ਉਦੋਂ ਦੀ ਇਹ ਗੱਲ ਹੈ। ਉਦੋਂ ਉਹ ਨਕਲੀ ਸ਼ਰਾਬ ਸੀ ਜਿਹਦੀਆਂ ਫੈਕਟਰੀਆਂ ਅੱਜ ਵੀ ਚੱਲਦੀਆਂ ਨੇ, ਧੜੱਲੇ ਦੇ ਨਾਲ ਚੱਲਦੀਆਂ ਨੇ। ਉਹ ਕਿਹਦੀਆਂ ਨੇ? ਉਹੀ ਲੋਕ ਰਿਕਮੈਂਡ ਕਰਦੇ ਹੋਣਗੇ ਕਿ ਜੀ ਹੁਣ ਲਾਕਡਾਊਨ ਲਾਓ, ਲਾਕਡਾਊਨ ਦੇ ਵਿੱਚ 4 ਦਿਨ ਕਮਾਈ ਤਾਂ ਕਰ ਲਈਏ। ਕਮਾਈ ਕਿਹਨਾਂ ਨੇ ਕਰਨੀ ਆ? ਉਹ ਨਜਾਇਜ਼ ਮਾਈਨਿੰਗ ਵਾਲਿਆਂ ਨੇ ਕਮਾਈ ਕਰਨੀ ਹੈ, ਰੋਕਣ ਵਾਲਾ ਕੋਈ ਨਹੀਂ। ਨਜਾਇਜ਼ ਸ਼ਰਾਬ ਵਾਲਿਆਂ ਨੇ ਕਮਾਈ ਕਰਨੀ ਹੈ, ਰੋਕਣ ਵਾਲਾ ਕੋਈ ਨਹੀਂ। ਉਹਨਾਂ ਲੋਕਾਂ ਦੇ ਵਾਸਤੇ ਤਾਂ ਲਾਕਡਾਊਨ ਪੱਕਾ ਹੀ ਲੱਗਿਆ ਰਹੇ ਤੇ ਚੰਗਾ। ਸਰਕਾਰਾਂ ਖਹਿੜਾ ਛਡਾਉਣਾ ਚਾਹੁੰਦੀਆਂ ਨੇ ਲਾਕਡਾਊਨ ਲਾ ਕੇ। ਸਾਨੂੰ ਕਿਸੇ ਕਿਸਮ ਦੀ ਰਿਸਪੌਂਸਿਬਿਲਿਟੀ ਨਿਭਾਉਣੀ ਨਾ ਪੈ ਜੇ, ਸਾਨੂੰ ਲੋਕਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਿਭਾਉਣੀ ਨਾ ਪੈ ਜੇ। ਹਰ ਚੀਜ਼ ਸਰਕਾਰ ਪ੍ਰਾਈਵੇਟ ਕਰੀ ਜਾ ਰਹੀ ਹੈ, ਹਰ ਚੀਜ਼ ਪ੍ਰਾਈਵੇਟ ਕਰੀ ਜਾ ਰਹੀ ਹੈ। ਜਿੰਨੇ ਕੁ ਮਾੜੇ ਮੋਟੇ ਮਹਿਕਮੇ ਰਹਿ ਗਏ ਆ ਉਹ ਵੀ ਸਰਕਾਰ ਤੋਂ ਸੰਭਾਲੇ ਨਹੀਂ ਜਾ ਰਹੇ। ਉਹਦੇ ਵਾਸਤੇ ਵੀ ਹੁਣ ਸਰਕਾਰਾਂ ਇਹ ਸੋਚਦੀਆਂ ਵੀ ਆ ਲਾਕਡਾਊਨ ਠੀਕ ਹੈ। ਵਾਇਰਸ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਔਰ ਭਾਰਤ ਦੇ ਵਿੱਚ ਵਾਇਰਸ ਲਿਆਉਣ ਵਾਲੇ ਵੀ ਰਾਜਨੀਤਿਕ ਹੀ ਨੇ। ਕੀ ਪੰਜਾਬ ਵਾਲੇ ਮੰਨਣਗੇ ਕਿ ਨਿਗਮ ਦੀਆਂ ਚੋਣਾਂ ਉਹਨਾਂ ਦੀ ਵੀ ਗਲਤੀ ਸੀ ਕਰਾਉਣੀਆਂ, ਨਹੀਂ ਸੀ ਕਰਾਉਣੀਆਂ ਚਾਹੀਦੀਆਂ? ਜਾਂ ਜਦੋਂ ਥੋੜ੍ਹਾ ਜਿਹਾ ਘੱਟ ਹੋਇਆ ਤੇ ਉਸ ਵੇਲੇ ਮੈਰਿਜ ਪੈਲਸਿਸ ਦੇ ਵਿੱਚ ਖੁੱਲ੍ਹੀ ਛੁੱਟੀ ਦੇ ਦੇਣੀ, ਜਿੰਨੇ ਮਰਜ਼ੀ ਆਓ। ਹਾਂ, ਇੱਕ ਚੀਜ਼ ਹੋਰ ਵੀ ਹੋ ਰਹੀ ਹੈ ਪੰਜਾਬ ਦੇ ਵਿੱਚ, ਕੁਝ ਜ਼ਿਲ੍ਹੇ ਹੈਗੇ ਨੇ ਜੇ ਉੱਥੇ ਜਾ ਕੇ ਮੈਰਿਜ ਵਗੈਰਾ ਪੈਲਸ ਬੁੱਕ ਕਰਾਉਣਾ ਫਿਰ ਕੋਈ ਨਹੀਂ ਪੁੱਛਦਾ, ਕਿਉਂਕਿ ਉੱਥੇ ਚੜਾਵਾ ਜਿਹੜਾ ਉਹ ਦੇਣਾ ਪੈਂਦਾ ਉੱਥੋਂ ਦੇ ਮਾਲਕ ਨੂੰ, ਉੱਥੋਂ ਦੇ ਆਲ ਐਂਡ ਆਲ ਨੂੰ। ਉਹ ਕੌਣ ਨੇ ਉਹ ਵੀ ਸਭ ਨੂੰ ਪਤਾ ਹੀ ਹੈ। ਰਾਜਨੀਤਿਕਾਂ ਤੋਂ ਬਿਨਾਂ ਤਾਂ ਕੋਈ ਹੋਰ ਹੋ ਨਹੀਂ ਸਕਦਾ। ਉੱਥੇ ਹੋ ਰਹੇ ਨੇ। ਜੇ ਤੁਹਾਡੀ ਅਪਰੋਚ ਹੈ ਫਿਰ ਉਹ ਕਹਿੰਦਾ ਵੀ ਇੰਨੇ ਵਜੇ ਤੱਕ ਤੁਸੀਂ ਨਿਬੇੜ ਲਓ, ਕੋਈ ਗੱਲ ਨਹੀਂ, ਬਾਕੀ ਤੁਹਾਨੂੰ ਉੱਥੇ ਆ ਕੇ ਕੋਈ ਨਹੀਂ ਜਿਹੜਾ ਉਹ ਪੁੱਛਦਾ। ਹਾਂ, ਮਾਤੜ ਜਿਹੜੇ ਆ ਉਹ ਜਾ ਕੇ ਢਾਹ ਲਏ ਜਾਂਦੇ ਆ। ਹੁਣ ਇਹ ਜਿਹੜੇ ਵੱਡੀ ਗਿਣਤੀ ਦੇ ਵਿੱਚ ਛੋਟੇ ਦੁਕਾਨਦਾਰ ਨਿਕਲੇ ਆ, ਇਹਨਾਂ ਦੀ ਗੱਲ ਕੌਣ ਸੁਣੂਗਾ? ਇਹ ਮਹਿਕਮਾ ਕਿਹਦੇ ਕੋਲੇ ਆ? ਇਹ ਮਹਿਕਮਾ ਕਿਹਦੇ ਕੋਲੇ ਆ? ਸਿਹਤ ਮੰਤਰੀ ਜਿਹੜੇ ਨੇ ਉਹ ਮੰਤਰਾਲਾ ਜ਼ਰੂਰ ਉਹਨਾਂ ਕੋਲੇ ਆ। ਕੱਲ ਉਹ ਦਿਸੇ ਜਦੋਂ ਕਹਿੰਦੇ ਕਿ ਮੈਂ ਜਾ ਕੇ ਰਿਕਮੈਂਡ ਕਰੂੰਗਾ ਕਿ ਲਾ ਦਿਓ ਲਾਕਡਾਊਨ। ਉਂਝ ਉਹ ਦਿਸਦੇ ਆ, ਕਿੰਨੇ ਕੁ ਦਿਸਦੇ ਆ? ਕਿੰਨੇ ਪ੍ਰਬੰਧ ਨੇ? ਜਦੋਂ ਪਿਛਲੇ ਵਰੇ ਕੋਵਿਡ ਆਇਆ ਉਸ ਵੇਲੇ ਕਿੰਨੇ ਟੈਂਪਰੇਰੀ ਤੌਰ ਦੇ ਉੱਤੇ ਕਰੋਨਾ ਦੇ ਜਿਹੜੇ ਉਹ ਕਰੋਨਾ ਸੈਂਟਰ ਬਣਾ ਦਿੱਤੇ ਗਏ ਸੀ। ਬਹੁਤ ਸਾਰੇ ਸਕੂਲ ਵੀ ਸੀ ਉਹਦੇ ਵਿੱਚ, ਕੁਝ ਪਬਲਿਕ ਪਲੇਸਿਸ ਸਨ। ਇਸ ਵਾਰੀ ਉਹ ਬਣੇ? ਕਿੰਨੇ ਬਣੇ ਆ? ਕਿੰਨੇ ਥਾਵਾਂ ਦੇ ਉੱਤੇ ਬੈੱਡਾਂ ਦਾ ਪ੍ਰਬੰਧ ਕੀਤਾ ਗਿਆ? ਕਿੰਨੇ ਨਵੇਂ ਵੈਂਟੀਲੇਟਰ ਲਿਆਂਦੇ ਗਏ ਆ?
ਕਿੰਨਾ ਆਕਸੀਜਨ ਦਾ ਪ੍ਰਬੰਧ ਕੀਤਾ ਗਿਆ। ਇਹਦਾ ਕੋਈ ਡਾਟਾ ਜੇ ਸਿਹਤ ਮੰਤਰੀ ਹੋਰਾਂ ਨੇ ਦਿੱਤਾ ਹੋਵੇ ਤੇ ਮੇਰੀ ਬੇਨਤੀ ਹੈ ਜੀ, ਤੁਸੀਂ ਬੇਸ਼ੱਕ ਥੱਲੇ ਕਮੈਂਟ ਦੇ ਰੂਪ ਦੇ ਵਿੱਚ ਦੱਸ ਦੇਣਾ ਕਿ ਫਲਾਂ ਦਿਨ ਮੰਤਰੀ ਸਾਹਿਬ ਨੇ ਇਹਦੇ ਸੰਬੰਧੀ ਵਿਸਥਾਰ ਦਿੱਤਾ ਸੀਗਾ ਵੀ ਇੰਨੇ ਅਸੀਂ ਕੋਵਿਡ ਸੈਂਟਰ ਹੋਰ ਬਣਾਤੇ, ਇੰਨੇ ਉਹਨਾਂ ਦੇ ਵਿੱਚ ਬੈੱਡ ਲਾਤੇ, ਇੰਨਾ ਸਾਡਾ ਪ੍ਰਬੰਧ ਹੋ ਗਿਆ, ਇੰਨੀ ਆਕਸੀਜਨ ਸਾਡੇ ਕੋਲ ਮੌਜੂਦ ਆ, ਇੰਨੇ ਵੈਂਟੀਲੇਟਰ ਸਾਡੇ ਕੋਲੇ ਮੌਜੂਦ ਨੇ। ਹਸਪਤਾਲਾਂ ਦੇ ਵਿੱਚ ਤਰਾ ਹੋਈ ਪਈ ਆ। 25,000 ਤੋਂ ਲੈ ਕੇ 35,000 ਰੁਪਏ ਤੱਕ ਰੈਮਡੇਸਿਵਰ ਜਿਹੜਾ ਟੀਕਾ ਉਹਦੀ ਕਾਲਾ ਬਾਜ਼ਾਰੀ ਪੰਜਾਬ ਦੇ ਵਿੱਚ ਹੋ ਰਹੀ ਹੈ। ਕੌਣ ਲੋਕ ਇਹ ਕਰ ਰਹੇ ਨੇ ਵੱਖ-ਵੱਖ ਥਾਵਾਂ ਦੇ ਉੱਤੇ? ਤੁਸੀਂ ਪੁੱਛ ਕੇ ਤਾਂ ਵੇਖੋ, ਏਜੰਟ ਝੱਟ ਦੇ ਨਹੀਂ ਤੁਹਾਨੂੰ ਦੱਸ ਦਿੰਦੇ ਆ ਕਿ ਇੰਨੇ ਦਾ ਜਿਹੜਾ ਉਹ ਟੀਕਾ ਆਊਗਾ। ਹੁਣ 25,000 ਤੋਂ ਲੈ ਕੇ 35,000 ਰੁਪਏ ਦੇ ਵਿੱਚ, ਕਿਉਂਕਿ ਉਹ ਇੱਕ ਨਹੀਂ ਲੱਗਦਾ, ਉਹ 6 ਲੱਗਦੇ ਆ। ਜਿਹਨੇ 25,000 ਦਾ ਵੀ ਜੇ ਟੀਕਾ ਲੈਣਾ, 3 ਲੱਖ ਦੇ 6 ਹੋ ਗਏ, ਮਾਫ ਕਰਨਾ, ਜਿਹੜੇ 3 ਲੱਖ ਦੇ ਨਹੀਂ ਹੋਏ 6, ਉਹ 1.5 ਲੱਖ ਦੇ ਹੋਏ। 1.5 ਲੱਖ ਰੁਪਈਆ ਜੇ ਉਹ ਦੇਊਗਾ, ਉਹਦੇ ਕੋਲੇ ਹੋਊਗਾ, ਤੇ ਉਹ ਰੈਮਡੇਸਿਵਰ, ਉਹਦੇ ਨਾਲ ਕੋਈ ਗਰੰਟੀ ਨਹੀਂ ਹੈਗੀ ਕਿ ਕੋਈ ਵਿਅਕਤੀ ਜਿਹੜਾ ਕਰੋਨਾ ਤੋਂ ਪੀੜਤ ਆ ਉਹ ਠੀਕ ਹੋ ਜਾਊਗਾ। ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਹੋ ਰਿਹਾ ਵਾਇਰਸ ਨੂੰ ਲੈ ਕੇ। ਇੱਥੇ ਰਜਿੰਦਰਾ ਹਸਪੀਟਲ ਦੇ ਬਾਹਰ ਜੇ ਕਿਤੇ ਜਾਓ ਤੁਸੀਂ, ਜਿਹੜਾ ਕਰੋਨਾ ਦਾ ਸਪੈਸ਼ਲ ਬਣਾਇਆ ਹੋਇਆ ਵਾਰਡ ਇਹਨਾਂ ਨਵੀਂ ਬਿਲਡਿੰਗ ਦੇ ਵਿੱਚ, ਉੱਥੇ ਹੇਠ ਤੁਸੀਂ ਪਰਿਵਾਰ ਵਿਲਕਦੇ ਸੁਣੇ ਆ ਕਦੀ ਇਹਨਾਂ ਮੰਤਰੀਆਂ ਦੇ ਵਿੱਚੋਂ ਕਿਸੇ ਨੇ? ਕਿੱਦਾਂ ਦੀਆਂ ਗੱਲਾਂ ਉਹ ਸੁਣਾ ਰਹੇ ਆ, ਕਿਹੋ ਜਿਹਾ ਫੂਡ ਉੱਥੇ ਦਿੱਤਾ ਜਾ ਰਿਹਾ। ਜੇ ਇਹੋ ਜਿਹਾ ਫੂਡ ਜਿਹੜਾ ਉਹ ਮਰੀਜ਼ਾਂ ਨੂੰ ਦੇਣਾ, ਤਾਂ ਫਿਰ ਉਹ ਤਾਂ ਕਦੀ ਠੀਕ ਹੋਣਗੇ ਹੀ ਨਹੀਂ। ਲੋਕ ਇਹ ਕਿਉਂ ਕਹਿ ਰਹੇ ਆ ਕਿ ਉਹਨਾਂ ਦੇ ਘਰ ਦੇ ਜੀ ਨੇ ਆਰਾਮ ਦੇ ਨਾਲ ਘੰਟਾ ਕੁ ਪਹਿਲਾਂ ਰੋਟੀ ਖਾਧੀ ਸੀ, ਹੁਣ ਇਹ ਆਖਿਆ ਗਿਆ ਕਿ ਉਹ ਤਾਂ ਦੁਨੀਆ ਤੋਂ ਤੁਰ ਗਿਆ। ਇੱਦਾਂ ਦੀਆਂ ਗੱਲਾਂ ਦੇ ਜਵਾਬ ਕੌਣ ਦੇਊਗਾ? ਇੱਕ ਤਾਂ ਇਹ ਲੋਕ ਨੇ ਜਿਹੜੇ ਵਾਇਰਸ ਦੇ ਨਾਲ ਜਿਨ੍ਹਾਂ ਦੀ ਜਾਨ ਜਾ ਰਹੀ ਹੈ, ਇੱਕ ਉਹ ਲੋਕ ਨੇ ਜਿਨ੍ਹਾਂ ਦੀ ਜਾਨ ਸਰਕਾਰ ਦੀਆਂ ਪਾਲਿਸੀਜ਼ ਲੈ ਲੈਣੀਆਂ ਚਾਹੁੰਦੀਆਂ। ਇਹ ਪਾਲਿਸੀਜ਼ ਜਿਹੜੀਆਂ ਨੇ, ਛੋਟੀਆਂ ਦੁਕਾਨਾਂ ਬੰਦ ਕਰ ਦਿਓ। ਹੁਣ ਛੋਟੀਆਂ ਦੁਕਾਨਾਂ ਵਾਲਿਆਂ ਦਾ ਕਸੂਰ ਸਿਰਫ ਇਹ ਆ ਕਿ ਉਹ ਵੱਡੀ ਦੁਕਾਨ ਨਹੀਂ ਖੋਲ ਸਕਦੇ। ਜਿਹੜੇ ਵੱਡੇ ਮਾਲਸ ਨੇ, ਵੱਡੇ ਜਿਹੜੇ ਸਟੋਰ ਨੇ, ਉਹ ਕਿਉਂ ਖੁੱਲੇ ਆ? ਚਲੋ ਜੇ ਮਾਲਸ ਬੰਦ ਨੇ ਜਾਂ ਮਾਲਸ ਕੁਝ ਥਾਵਾਂ ਦੇ ਉੱਤੇ ਨਹੀਂ ਵੀ ਖੁੱਲੇ, ਬਾਕੀ ਜਿਹੜੇ ਗਰੋਸਰੀ ਦੇ ਵੱਡੇ ਸਟੋਰ ਨੇ, ਜਿਹੜੀਆਂ ਚੇਨਸ ਨੇ, ਉਹ ਕਿਵੇਂ ਖੁੱਲੀਆਂ ਨੇ? ਇਹ ਛੋਟੀ ਦੁਕਾਨ ਜਿਹੜੀ ਆ ਉਹਦੇ ਉੱਤੇ ਡੰਡਾ ਕਿਉਂ ਚੱਲਦਾ? ਜਿਹੜਾ ਛੋਟਾ ਦੁਕਾਨਦਾਰ ਹੈ ਉਹ ਬੋਝ ਤਾਂ ਨਹੀਂ ਬਣਦਾ ਸਰਕਾਰ ਦੇ ਉੱਤੇ। ਉਹਨੇ 2-3 ਜਾਣਿਆਂ ਨੂੰ ਤਾਂ ਅੱਗੇ ਰੋਟੀ ਦਿੱਤੀ ਹੋਈ ਆ, ਤੁਸੀਂ ਉਹਦੀ ਰੋਟੀ ਨਹੀਂ ਬੰਦ ਕਰ ਰਹੇ, ਉਹਦੇ ਅੱਗੇ 2-3 ਜਾਣਿਆਂ ਦੀ ਜਿਹੜੀ ਰੋਟੀ ਆ ਉਹ ਵੀ ਬੰਦ ਕਰ ਰਹੇ ਹੋ। ਬੰਦ ਕਰ ਦਿਓ, ਦੁਕਾਨਾਂ ਬੰਦ ਕਰਵਾ ਦਿਓ, ਉਹਨਾਂ ਦੀ ਰੋਟੀ ਦਾ ਇੰਤਜ਼ਾਮ ਤਾਂ ਕਰੋ, ਉਸ ਦੁਕਾਨਦਾਰ ਦੀ ਰੋਟੀ ਦਾ ਇੰਤਜ਼ਾਮ ਕਰੋ, ਉਹਦੇ ਨਾਲ ਅੱਗੋਂ ਕੰਮ ਕਰਦੇ ਜਿਹੜੇ ਲੋਕ ਨੇ ਉਹਨਾਂ ਦੀ ਰੋਟੀ ਦਾ ਇੰਤਜ਼ਾਮ ਕਰੋ, ਉਹਨਾਂ ਨੂੰ ਬਿਜਲੀ ਦੇ ਬਿੱਲਾਂ ਦੇ ਵਿੱਚ ਛੋਟ ਦੇ ਦਿਓ, ਕਿਸੇ ਰੂਪ ਦੇ ਵਿੱਚ ਕੁਝ ਛੋਟ ਤਾਂ ਦਿਓ। ਸਾਰੀ ਗੱਲ ਤੁਸੀਂ ਕੇਂਦਰ ਦੀ ਸਰਕਾਰ ਦੇ ਉੱਤੇ ਨਹੀਂ ਸੁੱਟ ਸਕਦੇ। ਕੇਂਦਰ ਦੀ ਸਰਕਾਰ ਨੇ ਆਕਸੀਜਨ ਨਹੀਂ ਦਿੱਤੀ, ਕੇਂਦਰ ਦੀ ਸਰਕਾਰ ਨੇ ਵੈਕਸੀਨ ਨਹੀਂ ਦਿੱਤੀ, ਕੇਂਦਰ ਦੀ ਸਰਕਾਰ ਨੇ ਇਹ ਵੀ ਨਹੀਂ ਦਿੱਤਾ, ਕੇਂਦਰ ਦੀ ਸਰਕਾਰ ਨੇ ਇਹ ਵੀ ਨਹੀਂ ਦਿੱਤਾ। ਨੋ ਡਾਊਟ ਕੇਂਦਰ ਦੀ ਸਰਕਾਰ ਟੋਟਲ ਫੇਲ ਹੋਈ ਆ, ਟੋਟਲ ਫੇਲ ਹਰ ਮਾਮਲੇ ਦੇ ਵਿੱਚ। ਇਸ ਪੈਂਡੈਮਿਕ ਦੇ ਵਿੱਚ ਵਾਇਰਸ ਵਾਲੇ ਮਾਮਲੇ ਦੇ ਉੱਤੇ ਤਾਂ ਕੰਪਲੀਟਲੀ ਫੇਲ ਹੋਈ ਹੈ। ਪਰ ਉਹਦੀ ਹਰੇਕ ਚੀਜ਼ ਦੀ ਫੇਲ ਹੋਣਾ ਗਣਾ ਕੇ ਅਸੀਂ ਆਪਣੇ ਆਪ ਨੂੰ ਪਾਸ ਥੋੜੀ ਕਰ ਸਕਦੇ ਹਾਂ। ਫਿਰ ਸੂਬਿਆਂ ਨੇ ਕੀ ਕੀਤਾ? ਸੂਬੇ ਨੇ ਕੀ ਕੀਤਾ? ਪੰਜਾਬ ਸਰਕਾਰ ਨੇ ਜਿਹੜਾ ਨਹੀਂ ਉਹ ਕੀ ਕੀਤਾ? ਇਹਨੂੰ ਕਿਵੇਂ ਹੈਂਡਲ ਕੀਤਾ? ਤੁਸੀਂ ਜਿਹੜੇ ਮਈ ਮਹੀਨੇ ਦੇ ਵਿੱਚ ਪਿਛਲੇ ਸਾਲ ਰੱਖੇ ਸੀਗੇ ਸਿਹਤ ਕਾਮੇ, ਉਹਨਾਂ ਨੂੰ ਅਕਤੂਬਰ ਦੇ ਵਿੱਚ ਚੁੱਪ ਕਰਕੇ ਕੱਢਤਾ। ਹੁਣ ਤੁਸੀਂ ਨਵੀਆਂ ਲਿਸਟਾਂ ਲੈ ਕੇ ਭੱਜੇ ਫਿਰਦੇ ਹੋ ਰੱਖਣ ਦੇ ਵਾਸਤੇ। ਉਹ ਦੁਬਾਰਾ ਕਿਉਂ ਨਹੀਂ ਸੱਦੇ ਗਏ? ਇੱਥੇ ਜਿਹੜੇ ਟੈਟ ਪਾਸ ਅਧਿਆਪਕ ਨੇ ਉਹ ਵਿਚਾਰੇ ਇੱਥੇ ਹੱਡ ਤੜਵਾਉਂਦੇ ਕਿਉਂ ਤੁਰੇ ਫਿਰਦੇ ਆ? ਪਟਿਆਲੇ ਦੇ ਵਿੱਚ 2 ਜਿਹੜੇ ਬੇਰੁਜ਼ਗਾਰ ਨੇ ਉਹ ਟੈਂਕੀ ਤੇ ਚੜੇ ਆ, 1.5 ਮਹੀਨਾ 1.25 ਮਹੀਨਾ ਉਹਨਾਂ ਨੂੰ ਹੋ ਚੱਲਿਆ ਚੜਿਆਂ ਨੂੰ। ਉਹਨਾਂ ਦੀ ਸਿਹਤ ਖਰਾਬ ਹੋ ਰਹੀ ਆ। ਉਹਨਾਂ ਦੇ ਨਾਲ ਕੋਈ ਗੱਲਬਾਤ ਕਰਨ ਦੇ ਵਾਸਤੇ ਸਰਕਾਰ ਦੇ ਮਤਲਬ ਕੰਨਾਂ 'ਚ ਕੋਈ ਹੈ ਹੀ ਨਹੀਂ ਕੋਈ ਗੱਲਬਾਤ ਕਿ ਅਸੀਂ ਉਹਨਾਂ ਨੂੰ ਪੁੱਛਣਾ ਕਿ ਕੀ ਹੋਇਆ ਉਹਨਾਂ ਨੂੰ, ਉਹ ਕੀ ਚਾਹੁੰਦੇ ਨੇ। ਘੱਟੋ ਘੱਟ ਇਸ ਵਾਇਰਸ ਦੇ ਸਮੇਂ ਦੇ ਉੱਤੇ ਤਾਂ ਜੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ, ਉਹ ਕੋਈ ਸ਼ੌਂਕ ਦੇ ਨਾਲ ਤਾਂ ਨਹੀਂ ਨਿਕਲੇ ਹੋਏ। ਜੇ ਕਿਸਾਨ ਜਿਹੜੇ ਇਸ ਵੇਲੇ ਸਰਹੱਦਾਂ ਤੇ, ਦਿੱਲੀ ਦੀਆਂ ਸਰਹੱਦਾਂ ਤੇ ਬੈਠੇ, ਉਹ ਕੋਈ ਸ਼ੌਂਕ ਨਾਲ ਨਹੀਂ ਬੈਠੇ, ਉਹਨਾਂ ਨੂੰ ਵੀ ਡਰ ਲੱਗਦਾ ਵਾਇਰਸ ਤੋਂ। ਜੇ ਉਹਨਾਂ ਦੇ ਨਾਲ ਕੇਂਦਰ ਦੀ ਸਰਕਾਰ ਗੱਲ ਨਹੀਂ ਕਰ ਰਹੀ, ਉਹਨੂੰ ਤੁਸੀਂ ਟਾਰਗੇਟ ਦੇ ਉੱਤੇ ਰੱਖ ਦਿਓ
ਤੁਸੀਂ ਇੱਥੇ ਗੱਲ ਕਰ ਰਹੇ ਹੋ, ਤੁਸੀਂ ਇੱਥੇ ਨਹੀਂ ਗੱਲ ਕਰ ਰਹੇ ਉਹਨਾਂ ਦੇ ਨਾਲ। ਉਹ ਕੋਈ ਮੋਤੀ ਮਹਿਲ ਘੇਰਦੇ ਫਿਰਦੇ ਆ, ਕਦੀ ਉਹ ਪਟਿਆਲੇ ਕਿਤੇ ਕੁੱਟ ਖਾ ਰਹੇ ਆ, ਕਦੀ ਉਹ ਪਟਿਆਲੇ ਕਿਤੇ ਕੁੱਟ ਖਾ ਰਹੇ ਆ, ਕੋਈ ਟੈਂਕੀ ਤੇ ਚੜਿਆ, ਕੋਈ ਟਾਵਰ ਤੇ ਚੜਿਆ, ਕਿਤੇ ਨਾ ਕਿਤੇ ਤੁਹਾਨੂੰ ਹਰੇਕ ਜਗ੍ਹਾ ਦੇ ਉੱਤੇ ਉਹ ਬੇਰੁਜ਼ਗਾਰੀ ਨਜ਼ਰ ਆਉਂਦੀ ਆ। ਉਹ ਬੇਰੁਜ਼ਗਾਰ ਪੜ੍ਹੇ ਲਿਖੇ ਨੇ, ਉਹ ਤੁਸੀਂ ਉਹਨਾਂ ਲੋਕਾਂ ਨੂੰ ਬੇਰੁਜ਼ਗਾਰ ਕਰ ਦੇਣਾ ਚਾਹੁੰਦੇ ਹੋ ਜਿਨ੍ਹਾਂ ਨੇ ਚਲੋ ਡਿਗਰੀਆਂ ਹੋ ਸਕਦਾ ਉਹਨਾਂ ਕੋਲੇ ਹੋਣ ਵੀ, ਉਹਦੇ ਬਾਵਜੂਦ ਉਹਨਾਂ ਨੇ ਆਪਣਾ ਛੋਟਾ ਮੋਟਾ ਕੋਈ ਬਿਜ਼ਨਸ ਖੋਲ੍ਹ ਲਿਆ, ਔਰ ਉਹ ਬਿਜ਼ਨਸ ਹੁਣ ਇਸ ਕਰੋਨਾ ਦੀ ਆੜ ਦੇ ਵਿੱਚ ਤੁਸੀਂ ਬੰਦ ਕਰਾਉਣ ਦੇ ਵਾਸਤੇ ਤੁਲੇ ਹੋ। ਜੇ ਇਹ ਲੋਕ ਸਾਰੇ ਬੇਰੁਜ਼ਗਾਰ ਹੋ ਗਏ ਤੇ ਫਿਰ ਸੂਬੇ ਦਾ ਬਣੂਗਾ ਕੀ? ਅੱਜ ਤੁਸੀਂ ਕਹਿੰਦੇ ਹੋ ਕਿ ਗੈਰ ਜ਼ਰੂਰੀ ਦੁਕਾਨਾਂ ਜਿਹੜੀਆਂ ਉਹ ਬੰਦ ਕਰ ਦਿਓ, ਕੀ ਫਿਰ ਇਹ ਲੋਕ ਗੈਰ ਜ਼ਰੂਰੀ ਹੋ ਗਏ? ਕੀ ਇਹ ਵੋਟਾਂ ਵੀ ਫਿਰ ਗੈਰ ਜ਼ਰੂਰੀ ਜਿਹੜੀਆਂ ਉਹ ਹੋ ਗਈਆਂ? ਫਿਰ ਤੁਸੀਂ ਕਿਹੜੇ ਮੂੰਹ ਦੇ ਨਾਲ ਇਹਨਾਂ ਦੇ ਕੋਲੇ ਜਾਓਗੇ ਕਿ ਅੱਗੋਂ ਅਸੀਂ ਪੰਜਾਬ ਦਾ ਭਵਿੱਖ ਜਿਹੜਾ ਉਹ ਸੰਭਾਲਣਾ? ਇਹਨਾਂ ਦੇ ਅੱਗੋਂ ਪਰਿਵਾਰ ਨੇ, ਉਹ ਸਾਰੇ ਦੇ ਸਾਰੇ ਪਰਿਵਾਰ ਇਹਨਾਂ ਦੀਆਂ ਛੋਟੀਆਂ-ਛੋਟੀਆਂ ਦੁਕਾਨਾਂ ਦੇ ਨਾਲ ਜੁੜੇ ਹੋਏ ਨੇ। ਘੱਟੋ ਘੱਟ ਉਹਨਾਂ ਦਾ ਫਿਕਰ ਕਰ ਲਓ। ਜੇ ਤੁਸੀਂ ਦੁਕਾਨਾਂ ਬੰਦ ਕਰਵਾਉਣੀਆਂ ਨੇ ਤੇ ਇਹਨਾਂ ਨੂੰ ਕੁਝ ਤਾਂ ਜਿਹੜਾ ਉਹ ਪੈਕੇਜ ਦਿਓ, ਨਹੀਂ ਤਾਂ ਇਹ ਲੋਕ ਵਿਚਾਰੇ ਮਜਬੂਰ ਨੇ ਸੜਕਾਂ ਦੇ ਉੱਤੇ ਆਉਣ ਦੇ ਵਾਸਤੇ। ਉਹ ਸਰਕਾਰ ਕੋਲੋਂ ਕੀ ਮੰਗਦੇ ਆ? ਕੁਝ ਵੀ ਨਹੀਂ ਮੰਗਦੇ, ਇਹੀ ਕਿ ਉਹਨਾਂ ਨੂੰ ਵੀ ਦੁਕਾਨਾਂ ਖੋਲ੍ਹਣ ਦਾ ਮੌਕਾ ਦਿਓ। ਜੇ ਬਾਕੀ ਘੰਟੇ ਜਿੰਨੇ ਘੰਟੇ ਦੁਕਾਨਾਂ ਖੁੱਲ੍ਹਦੀਆਂ ਨੇ ਉਨੇ ਘੰਟੇ ਕਰੋ। ਤੁਸੀਂ ਰਿਸਟ੍ਰਿਕਸ਼ਨਸ ਲਾ ਸਕਦੇ ਹੋ, ਪੁਲਿਸ ਕਾਹਦੇ ਵਾਸਤੇ ਹੈ? ਪੁਲਿਸ ਬੇਰੁਜ਼ਗਾਰਾਂ ਨੂੰ ਕੁੱਟਣ ਵਾਸਤੇ ਥੋੜ੍ਹੀ ਰੱਖੀ ਆ ਤੁਸੀਂ। ਇਹ ਕਰਦੇ ਹੋ ਕਿ ਇੱਕ ਦੁਕਾਨ ਦੇ ਵਿੱਚ ਇਸ ਵੇਲੇ ਇੱਕੋ ਵੜੂਗਾ, ਇੱਕ ਟਾਈਮ ਇੱਕ ਵੜੂਗਾ। ਜੇ ਦੋ ਬੰਦੇ ਦਿਸਦੇ ਆ ਉੱਤੇ ਜੁਰਮਾਨਾ ਕਰੋ। ਬਿਨਾਂ ਮਾਸਕ ਤੋਂ ਕੋਈ ਬੰਦਾ ਕਿਸੇ ਦੁਕਾਨ 'ਚ ਵੜਦਾ ਉਹਦੇ ਉੱਤੇ ਜੁਰਮਾਨਾ ਕਰੋ। ਉਹ ਦੁਕਾਨਦਾਰ ਨੂੰ ਜੁਰਮਾਨਾ ਕਰੋ ਕਿ ਤੂੰ ਦੋ ਜਾਣਿਆਂ ਨੂੰ ਕਿਵੇਂ ਵੜਨ ਦਿੱਤਾ। ਰਿਸਟ੍ਰਿਕਸ਼ਨਸ ਹੋ ਸਕਦੀਆਂ ਨੇ, ਬਹੁਤ ਕਿਸਮ ਦੀਆਂ ਰਿਸਟ੍ਰਿਕਸ਼ਨਸ ਹੋ ਸਕਦੀਆਂ ਨੇ, ਉਹ ਲਾ ਕੇ ਤੁਸੀਂ ਕਰਾ ਸਕਦੇ ਹੋ, ਬਜਾਏ ਇਹਦੇ ਕਿ ਬੰਦ ਹੀ ਜਿਹੜਾ ਉਹ ਕਰ ਦਿਓ। ਇਹ ਇਲਾਜ ਨਹੀਂ ਗਾ। ਬਹੁਤ ਧੰਨਵਾਦ। ਉਮੀਦ ਕਰਦਾ ਕਿ ਇਹ ਜਿਹੜੀ ਵੀਡੀਓ ਹੈ ਤੁਸੀਂ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ ਜਿਹੜੇ ਕਿ ਪੀੜਤ ਨੇ, ਔਰ ਅੱਗੇ ਤੋਂ ਅੱਗੇ ਤਾਂ ਕਿ ਇਸ ਸਰਕਾਰ ਦੇ ਕੰਨਾਂ ਤੱਕ ਘੱਟੋ ਘੱਟ ਗੱਲ ਜਿਹੜੀ ਉਹ ਪਹੁੰਚੇ। ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇਕਰ ਨਹੀਂ ਅਜੇ ਤੱਕ ਕੀਤਾ। ਧੰਨਵਾਦ। ਸਤਿ ਸ਼੍ਰੀ ਅਕਾਲ।